ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਖੀ ਗੁਰੂ ਗੋਬਿੰਦ ਸਿੰਘ ਜੀ ਤੇ ਰਾਣੀ ਬਿਸੰਬਰਾ। ਮੈਣੀ ਗੋਤ ਦਾ ਰਾਜਾ ਫਤਿਹ ਚੰਦ ਪਟਨਾ ਸਾਹਿਬ ਨਗਰ ਦੀ ਹਵੇਲੀ ਵਿੱਚ ਰਹਿੰਦਾ ਸੀ। ਪ੍ਰਭੂ ਦਾ ਦਿੱਤਾ ਉਸ ਦੇ ਕੋਲ ਸਾਰਾ ਕੁਝ ਸੀ, ਪਰ ਔਲਾਦ ਦਾ ਸੁੱਖ ਨਹੀਂ ਸੀ। ਉਹਨਾਂ ਦੀ ਪਤਨੀ ਰਾਣੀ ਬਿਸੰਬਰਾ ਬਸ ਇਸੇ ਚਿੰਤਾ ਵਿੱਚ ਹੀ ਖੋਈ ਰਹਿੰਦੀ ਸੀ। ਜਦੋਂ ਉਹ ਬਾਲਕ ਗੋਬਿੰਦ ਰਾਏ ਜੀ ਨੂੰ ਹੋਰ ਬੱਚਿਆਂ ਦੇ ਨਾਲ ਖੇਲ ਕੂਦ ਵਿੱਚ ਵਿਅਸਤ ਵੇਖਦੀ ਤਾਂ ਉਸ ਦਾ ਮਨ ਭਰ ਆਉਂਦਾ ਅਤੇ ਉਸ ਦੇ ਦਿਲ ਵਿੱਚ ਮਮਤਾ ਅੰਗੜਾਈਆਂ ਲੈਣ ਲੱਗਦੀ। ਪਰ ਉਹ ਸਾਹਸ ਨਹੀਂ ਬਟੋਰ ਪਾਉਂਦੀ ਸੀ ਕਿ ਗੁਰੂ ਗੋਬਿੰਦ ਸਿੰਘ ਨੂੰ ਆਪਣੇ ਆਂਗਣ ਵਿੱਚ ਬੁਲਾਏ। ਉਸਦੇ ਦਿਲ ਵਿੱਚ ਗੁਰੂ ਗੋਬਿੰਦ ਰਾਏ ਦੀ ਮੋਹਣੀ ਸੂਰਤ ਉਤਰਦੀ ਜਾਂਦੀ ਸੀ। ਉਹ ਨਾ ਲੋਚ ਕੇ ਵੀ ਗੋਬਿੰਦ ਰਾਏ ਜੀ ਵੱਲ ਖਿੱਚੀ ਚਲੀ ਜਾਂਦੀ ਸੀ। ਗੋਬਿੰਦ ਰਾਏ ਜੀ ਦੀ ਖਿੱਚ ਉਹਨਾਂ ਦੀ ਮਮਤਾ ਦੀ ਭੁੱਖ ਨੂੰ ਉਭਾਰਦੀ ਰਹਿੰਦੀ। ਮਾਂ ਬਣਨ ਦੇ ਉਪਾਅ ਲੱਭਣ ਵਿੱਚ ਇੱਕ ਦਿਨ ਆਪਣੇ ਪਤੀ ਰਾਜਾ ਫਤਿਹ ਚੰਦ ਨੂੰ ਨਾਲ ਲੈ ਕੇ ਗੰਗਾ ਦੇ ਘਾਟ ਉੱਤੇ ਪੰਡਤ ਸ਼ਿਵਦੱਤ ਦੇ ਕੋਲ ਪਹੁੰਚੀ। ਬਿਸੰਬਰਾ ਨੇ ਆਪਣੀ ਤਰਸਯੋਗ ਹਾਲਤ ਪੰਡਤ ਜੀ ਨੂੰ ਦੱਸੀ ਅਤੇ ਕਿਹਾ ਕਿ ਉਹ ਜੋਤਿਸ਼ ਵਿਦਿਆ ਦੇ ਮਹਾਨ ਗਿਆਤਾ ਹਨ। ਉਹ ਕਿਰਪਾ ਕਰਕੇ ਦੱਸਣ ਕਿ ਉਸ ਦੀ ਕੁੱਖ ਕਦੋਂ ਹਰੀ ਹੋਵੇਗੀ। ਪੰਡਤ ਜੀ ਨੇ ਬਹੁਤ ਧਿਆਨਪੂਰਵਕ ਰਾਣੀ ਦਾ ਹੱਥ ਵੇਖਿਆ ਅਤੇ ਭਵਿੱਖ ਪੜ੍ਹਿਆ। ਦੱਸਿਆ ਉਸ ਦੀ ਕਿਸਮਤ ਵਿੱਚ ਔਲਾਦ ਦਾ ਸੁੱਖ ਨਹੀਂ ਹੈ। ਇਹ ਸੁਣ ਕੇ ਰਾਣੀ ਬਿਸੰਬਰਾ ਰੋਣ ਲੱਗੀ। ਤਰਸ ਦੀ ਨਜ਼ਰ ਨਾਲ ਦੇ ਪੰਡਤ ਜੀ ਨੇ ਦੇਖਿਆ ਤੇ ਬੋਲੇ, ਹਾਂ, ਇੱਕ ਉਪਾਅ ਹੈ। ਜੇਕਰ ਤੁਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 9ਵੇਂ ਉੱਤਰਾਧਿਕਾਰੀ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਪੁੱਤਰ ਗੋਬਿੰਦ ਰਾਏ ਜੀ, ਜੋ ਛੋਟੀ ਉਮਰ ਦੇ ਹਨ, ਜੇਕਰ ਉਹਨਾਂ ਅੱਗੇ ਅਰਦਾਸ ਕਰੋ ਤਾਂ ਤੁਹਾਨੂੰ ਪੁੱਤਰ ਪ੍ਰਾਪਤੀ ਦਾ ਵਰਦਾਨ ਮਿਲ ਸਕਦਾ ਹੈ, ਕਿਉਂਕਿ ਉਹ ਬਾਲ ਰੂਪ ਵਿੱਚ ਪੂਰਨ ਮਹਾਂਪੁਰਖ ਹਨ। ਇਹ ਸੁਣ ਕੇ ਫਤਿਹ ਚੰਦ ਜੀ ਨੇ ਪ੍ਰਸ਼ਨ ਕੀਤਾ ਕਿ ਉਹਨਾਂ ਨੂੰ ਕਿਵੇਂ ਅਨੁਭਵ ਹੋਇਆ ਹੈ ਕਿ ਉਹ ਬਾਲਕ ਪੂਰਨ ਮਹਾਂਪੁਰਖ ਹੈ। ਜਵਾਬ ਵਿੱਚ ਪੰਡਤ ਸ਼ਿਵਦੱਤ ਨੇ ਕਿਹਾ, ਉਹ ਜਾਣਦੇ ਹਨ ਕਿ ਉਹ ਸ਼ੁੱਧ ਰਾਮ ਭਗਤ ਹਨ। ਉਹ ਜਦੋਂ ਰਾਮ ਚੰਦਰ ਜੀ ਦੀ ਆਰਾਧਨਾ ਵਿੱਚ ਬੈਠਦੇ ਹਨ ਤਾਂ ਇਹੀ ਬਾਲਕ ਉਹਨਾਂ ਦੇ ਧਿਆਨ ਵਿੱਚ ਰਾਮ ਰੂਪ ਵਿੱਚ ਹਾਜ਼ਰ ਹੋ ਜਾਂਦਾ ਹੈ। ਉਹ ਬਾਲਕ ਨਹੀਂ, ਉਸਦੇ ਲਈ ਸਾਖਸ਼ਾਤ ਪਰਮ ਪੁਰਸ਼ੋਤਮ ਰਾਮ ਜੀ ਹਨ। ਤਦ ਰਾਣੀ ਬਿਸੰਬਰਾ ਨੇ ਪੰਡਤ ਜੀ ਦੀ ਗੱਲ ਸੁਣੀ ਅਤੇ ਕਿਹਾ, ਪੰਡਤ ਜੀ ਬਿਲਕੁਲ ਠੀਕ ਕਹਿੰਦੇ ਹਨ। ਉਹ ਬਾਲਕ ਗੋਬਿੰਦ ਰਾਏ ਕੋਈ ਸੁੰਦਰ ਜੋਤ ਹੈ। ਇਸ ਪ੍ਰਕਾਰ ਇਹ ਜੋੜਾ ਉਮੰਗ ਦੀ ਨਵੀਂ ਕਿਰਨ ਲੈ ਕੇ ਆਪਣੇ ਮਹਿਲ ਵਿੱਚ ਪਰਤ ਆਇਆ। ਰਾਣੀ ਬਿਸੰਬਰਾ ਮਨ ਹੀ ਮਨ ਗੋਬਿੰਦ ਰਾਏ ਦੀ ਛਵੀ ਦਾ ਧਿਆਨ ਧਰ ਕੇ ਹਰ ਰੋਜ਼ ਅਰਦਾਸ ਕਰਨ ਲੱਗੀ। ਇੱਕ ਦਿਨ ਉਸਨੇ ਵਿਸ਼ੇਸ਼ ਰੂਪ ਵਿੱਚ ਮਨ ਇਕਾਗਰ ਕਰਕੇ ਪ੍ਰਭੂ ਚਰਨਾਂ ਵਿੱਚ ਅਰਦਾਸ ਸ਼ੁਰੂ ਕੀਤੀ। ਉਦੋਂ ਉਸਦੇ ਕੰਨਾਂ ਵਿੱਚ ਇੱਕ ਮਧੁਰ ਆਵਾਜ਼ ਗੂੰਜੀ, ਮਾਂ, ਮਾਂ, ਭੁੱਖ ਲੱਗੀ ਹੈ। ਅਤੇ ਦੋ ਛੋਟੀਆਂ ਬਾਹਾਂ ਉਸਦੇ ਗਲ ਵਿੱਚ ਪਾਏ ਹੋਏ ਗਲਵੱਕੜੀ ਕਰਦੇ ਗੋਬਿੰਦ ਰਾਏ ਬੋਲੇ, ਮਾਂ, ਮੈਂ ਆ ਗਿਆ ਹਾਂ। ਅੱਖਾਂ ਖੋਲ੍ਹ। ਅਤੇ ਪਲਕਾਂ ਝਪਕਦੇ ਹੀ ਉਹ ਉਹਨਾਂ ਦੀ ਗੋਦ ਵਿੱਚ ਜਾ ਬੈਠੇ। ਰਾਣੀ ਬਿਸੰਬਰਾ ਆਪਣੀ ਕਲਪਨਾ ਸਾਕਾਰ ਹੁੰਦੇ ਵੇਖ ਕੇ ਬਹੁਤ ਖੁਸ਼ ਹੋਈ। ਉਸਨੂੰ ਅਹਿਸਾਸ ਹੋਇਆ ਕਿ ਉਸਦੀ ਕਾਮਨਾ ਸੰਪੂਰਨ ਹੋ ਗਈ ਹੈ। ਉਸਨੇ ਗੋਬਿੰਦ ਰਾਏ ਨੂੰ ਆਪਣੇ ਗਲੇ ਨਾਲ ਲਗਾਇਆ ਅਤੇ ਪਿਆਰ ਵਿੱਚ ਲੀਨ ਹੋ ਗਈ। ਉਸਦੇ ਨੇਤਰਾਂ ਵਿੱਚ ਪਿਆਰ ਦੇ ਹੰਝੂ ਵਗਣੇ ਸ਼ੁਰੂ ਹੋ ਗਏ। ਉਸਨੂੰ ਕੁਝ ਹੋਸ਼ ਆਈ ਤਾਂ ਉਸਨੇ ਗੋਬਿੰਦ ਰਾਏ ਜੀ ਦਾ ਮਸਤਕ ਚੁੰਮਿਆ। ਫਿਰ ਪੁੱਛਿਆ, ਪੁੱਤਰ ਕੀ ਖਾਏਗਾ? ਹੁਣੇ ਤਿਆਰ ਕਰ ਦਿੰਦੀ ਹਾਂ। ਜਵਾਬ ਵਿੱਚ ਗੋਬਿੰਦ ਰਾਏ ਜੀ ਨੇ ਕਿਹਾ, ਮਾਂ, ਤੁਸੀਂ ਜੋ ਰਸੋਈ ਵਿੱਚ ਤਿਆਰ ਕਰ ਰੱਖਿਆ ਹੈ ਉਹ ਪੂਰੀ ਛੋਲੇ ਹੀ ਠੀਕ ਰਹਿਣਗੇ। ਹੁਣ ਰਾਣੀ ਨੂੰ ਹੈਰਾਨੀ ਹੋਈ ਕਿ ਉਹਨਾਂ ਨੂੰ ਕਿਵੇਂ ਪਤਾ ਹੈ ਕਿ ਅੱਜ ਕੀ ਬਣਾਇਆ ਹੈ। ਜਵਾਬ ਵਿੱਚ ਗੋਬਿੰਦ ਰਾਏ ਜੀ ਕਹਿਣ ਲੱਗੇ ਕਿ ਉਹਨਾਂ ਨੂੰ ਉਹਨਾਂ ਦੇ ਪਕਵਾਨ ਦੀ ਸੁਗੰਧ ਆ ਰਹੀ ਸੀ। ਜਿਵੇਂ ਹੀ ਮਾਤਾ ਜੀ ਪਕਵਾਨ ਲੈਣ ਲਈ ਰਸੋਈ ਵਿੱਚ ਗਏ, ਉਧਰ ਬਾਲਕ ਗੋਬਿੰਦ ਰਾਏ ਜੀ ਨੇ ਬਾਹਰ ਖੜ੍ਹੇ ਬੱਚਿਆਂ ਨੂੰ ਸੰਕੇਤ ਦਿੱਤਾ ਤੇ ਉਹਨਾਂ ਨੂੰ ਮਹਿਲ ਵਿੱਚ ਬੁਲਾ ਲਿਆ।
ਰਾਣੀ ਬਿਸੰਬਰਾ ਦੀ ਹਵੇਲੀ ਵਿੱਚ ਇੱਕ ਛੋਟਾ ਜਿਹਾ ਬਾਗ ਸੀ, ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਫਲ ਸਮੇਂ ਅਨੁਸਾਰ ਲੱਗਦੇ ਰਹਿੰਦੇ ਸਨ। ਉਹਨਾਂ ਦਿਨਾਂ ਵਿੱਚ ਅਮਰੂਦ ਅਤੇ ਬੇਰ ਦਾ ਮੌਸਮ ਸੀ, ਜਿਨ੍ਹਾਂ ਨੂੰ ਬੱਚੇ ਨਿਸ਼ਾਨਾ ਲਗਾ ਕੇ ਗੁਲੇਲ ਅਤੇ ਤੀਰ ਨਾਲ ਤੋੜਨ ਦੀ ਕਲਾ ਵਿੱਚ ਵਿਅਸਤ ਸਨ। ਅੱਜ ਸੰਜੋਗ ਵੱਲੋਂ ਗੋਬਿੰਦ ਰਾਏ ਆਪਣੀ ਮਿੱਤਰ ਮੰਡਲੀ ਦੇ ਨਾਲ ਉੱਥੇ ਆ ਨਿਕਲੇ ਅਤੇ ਅਰਾਧਨਾ ਵਿੱਚ ਲੀਨ ਮਾਂ ਦੀ ਗੋਦੀ ਵਿੱਚ ਜਾ ਵਿਰਾਜੇ। ਉਦੋਂ ਮਾਤਾ ਪੂਰੀਆਂ ਛੋਲੇ ਲਿਆਈ ਅਤੇ ਸਾਰੇ ਬੱਚਿਆਂ ਨੂੰ ਵੰਡ ਦਿੱਤੇ। ਗੋਬਿੰਦ ਰਾਏ ਨੇ ਮਾਤਾ ਜੀ ਨੂੰ ਕਿਹਾ, ਤੁਸੀਂ ਚਿੰਤਾ ਨਹੀਂ ਕਰਨੀ, ਮੈਂ ਤੁਹਾਡਾ ਪੁੱਤਰ ਹਾਂ। ਮੈਂ ਨਿੱਤ ਤੁਹਾਡੇ ਕੋਲ ਆਉਂਦਾ ਰਹਾਂਗਾ ਅਤੇ ਹੋਰ ਬੱਚਿਆਂ ਦੇ ਨਾਲ ਇੱਥੇ ਆ ਕੇ ਖੇਡਦਾ ਰਹਾਂਗਾ। ਇਹ ਕਹਿ ਕੇ ਗੋਬਿੰਦ ਰਾਏ ਜੀ ਆਪਣੇ ਸਾਥੀਆਂ ਦੇ ਨਾਲ ਗੰਗਾ ਦੇ ਕੰਢੇ ਵੱਲ ਚਲੇ ਗਏ। ਮਾਤਾ ਬਿਸੰਬਰਾ ਜੀ ਉਹਨਾਂ ਵੱਲ ਤੱਕਦੀ ਰਹੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪੰਜਾਬ ਵਿੱਚ ਗਏ ਬਹੁਤ ਲੰਬਾ ਸਮਾਂ ਹੋਣ ਉੱਤੇ ਬਾਲਕ ਗੋਬਿੰਦ ਰਾਏ ਜੀ ਨੂੰ ਪਿਤਾ ਜੀ ਦੀ ਯਾਦ ਸਤਾਉਣ ਲੱਗੀ। ਉਹ ਜਦੋਂ ਵੀ ਘਰ ਲੌਟਦੇ ਤਾਂ ਮਾਤਾ ਜੀ ਨੂੰ ਪ੍ਰਸ਼ਨ ਕਰਦੇ, ਮਾਤਾ ਜੀ ਹੁਣ ਤਾਂ ਬਹੁਤ ਦਿਨ ਹੋ ਗਏ ਹਨ, ਪਿਤਾ ਜੀ ਦਾ ਕੋਈ ਸੰਦੇਸ਼ ਨਹੀਂ ਆਇਆ, ਉਹ ਸਾਨੂੰ ਕਦੋਂ ਵਾਪਸ ਸੱਦਣਗੇ। ਇਸ ਉੱਤੇ ਮਾਤਾ ਗੁਜਰੀ ਜੀ ਅਤੇ ਦਾਦੀ ਮਾਂ ਨਾਨਕੀ ਜੀ ਕਹਿ ਦਿੰਦੇ, ਪੁੱਤਰ ਤੁਹਾਡੇ ਪਿਤਾ ਜੀ ਨਵਾਂ ਨਗਰ ਵਸਾਉਣ ਵਿੱਚ ਵਿਅਸਤ ਹਨ। ਜਿਵੇਂ ਹੀ ਸਾਰੇ ਕਾਰਜ ਸੰਪੰਨ ਹੋ ਜਾਣਗੇ, ਉਹ ਤੁਰੰਤ ਆਪਣੇ ਕੋਲ ਬੁਲਾ ਲੈਣਗੇ। ਇਸ ਵਿੱਚ ਗੁਰੂ ਜੀ ਵੱਲੋਂ ਸਮੇਂ-ਸਮੇਂ ਉੱਤੇ ਪੱਤਰ ਆਉਂਦੇ ਰਹਿੰਦੇ, ਪਰ ਉਹਨਾਂ ਵਿੱਚ ਕੁਝ ਸਮਾਂ ਹੋਰ ਉਡੀਕ ਕਰਨ ਲਈ ਕਿਹਾ ਜਾਂਦਾ ਸੀ। ਇਸ ਪ੍ਰਕਾਰ ਬਾਲਕ ਗੋਬਿੰਦ ਰਾਏ ਜੀ ਦੀ ਉਮਰ ਲਗਭਗ 6 ਸਾਲ ਦੀ ਹੋ ਚੁੱਕੀ ਸੀ। ਉਹਨਾਂ ਨੂੰ ਪੰਜਾਬ ਵਿੱਚੋਂ ਪਿਤਾ ਜੀ ਦਾ ਪੱਤਰ ਪ੍ਰਾਪਤ ਹੋਇਆ। ਉਹ ਸਭ ਸੇਵਕਾਂ ਸਹਿਤ ਪੰਜਾਬ ਪਰਤ ਆਉਣ। ਕਿਰਪਾਲ ਚੰਦ ਜੀ ਨੇ ਸਾਰੇ ਸੇਵਕਾਂ ਨੂੰ ਆਦੇਸ਼ ਦਿੱਤਾ ਕਿ ਤਿਆਰੀ ਕੀਤੀ ਜਾਵੇ, ਕਿਉਂਕਿ ਉਹ ਪੰਜਾਬ ਜਾ ਰਹੇ ਹਨ। ਇਹ ਸਮਾਚਾਰ ਫੈਲਦੇ ਹੀ ਗੁਰੂ ਜੀ ਦਾ ਪਰਿਵਾਰ ਪੰਜਾਬ ਜਾ ਰਿਹਾ ਸੀ। ਰਾਣੀ ਬਿਸੰਬਰਾ ਅਤੇ ਉਸ ਦਾ ਪਤੀ ਫਤਿਹ ਚੰਦ ਜੁਦਾਈ ਵਿੱਚ ਰੋਣ ਲੱਗੇ। ਉਦੋਂ ਬਾਲਕ ਗੋਬਿੰਦ ਰਾਏ ਨਿੱਤ ਦੀ ਤਰ੍ਹਾਂ ਆ ਕੇ ਮਾਤਾ ਬਿਸੰਬਰਾ ਦੀ ਗੋਦੀ ਵਿੱਚ ਬੈਠ ਗਏ ਅਤੇ ਬੋਲੇ, ਮਾਂ ਤੂੰ ਮੇਰੇ ਲਈ ਇੰਨੀ ਬੇਚੈਨ ਹੈ, ਮੈਂ ਤੇਰੇ ਨਾਲ ਕਦੇ ਵੱਖ ਨਹੀਂ ਹੋਵਾਂਗਾ। ਮੈਂ ਤੁਹਾਡੇ ਦਿਲ ਮਨ ਵਿੱਚ ਵਸਦਾ ਰਹਾਂਗਾ। ਮਾਂ ਇਸ ਸੰਸਾਰ ਵਿੱਚ ਮੈਨੂੰ ਬਹੁਤ ਸਾਰੇ ਕਾਰਜ ਕਰਨੇ ਹਨ। ਦੁਖੀ ਮਨੁੱਖਤਾ ਦਾ ਉਧਾਰ ਕਰਨਾ ਹੈ, ਇਸ ਲਈ ਮੈਂ ਜਾ ਰਿਹਾ ਹਾਂ। ਤੂੰ ਚਿੰਤਾ ਨਾ ਕਰ। ਮਾਂ ਇਹ ਸੁਣ ਕੇ ਬਹੁਤ ਉੱਚੀ ਰੋਣ ਲੱਗੀ। ਗੋਬਿੰਦ ਰਾਏ ਜੀ ਦਾ ਸੁੰਦਰ ਮੂੰਹ ਚੁੰਮਣ ਲੱਗੀ ਅਤੇ ਪਿਆਰ ਨਾਲ ਬੋਲੀ, ਪੁੱਤਰ ਗੋਬਿੰਦ, ਮੇਰੇ ਤੋਂ ਰਿਹਾ ਨਹੀਂ ਜਾਵੇਗਾ, ਮੈਂ ਜੀ ਨਹੀਂ ਸਕਾਂਗੀ। ਇਹ ਸੁਣ ਕੇ ਗੋਬਿੰਦ ਰਾਏ ਜੀ ਦੇ ਨੇਤਰਾਂ ਵੱਲੋਂ ਮਾਂ ਦੇ ਗਲੇ ਨਾਲ ਚਿੰਬੜ ਗਏ ਅਤੇ ਬੋਲੇ, ਮਾਂ ਤੂੰ ਵਿਸ਼ਵਾਸ ਰੱਖ, ਮੈਂ ਨਿੱਤ ਤੁਹਾਡੇ ਆਂਗਣ ਵਿੱਚ ਬੱਚਿਆਂ ਦੀ ਮੰਡਲੀ ਸਹਿਤ ਆਇਆ ਕਰਾਂਗਾ ਅਤੇ ਉਹਨਾਂ ਵਿੱਚ ਤੂੰ ਮੈਨੂੰ ਪਾਏਂਗੀ। ਇਸ ਪ੍ਰਕਾਰ ਰਾਣੀ ਬਿਸੰਬਰਾ ਆਸ਼ਵਸਤ ਹੋ ਗਈ ਅਤੇ ਗੋਬਿੰਦ ਰਾਏ ਜੀ ਪੰਜਾਬ ਲਈ ਪ੍ਰਸਥਾਨ ਕਰ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।